फ्रेंड्स, मैं शाइना परमार ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਬੜਾ ਹੀ ਇੰਟਰਸਟਿੰਗ ਟੌਪਿਕ। ਉਹ ਹੈ ਵੈਦਿਕ ਏਜ। ਇਹਨੂੰ ਪੜ੍ਹ ਕੇ ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ। ਇਹਨੂੰ ਟੌਪਿਕ ਨੂੰ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਸਾਡੀ ਹਿੰਦੂ ਸੱਭਿਅਤਾ ਹੈ ਉਹਦੀ ਸ਼ੁਰੂਆਤ ਕੀ ਹੈ। ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਹੈ ਹੜੱਪਾ ਦੀ ਸੱਭਿਅਤਾ, ਠੀਕ ਹੈ, ਲੇਕਿਨ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਉਹਨਾਂ ਦੀ ਲਿਪੀ ਨਹੀਂ ਪੜ੍ਹ ਪਾਏ, ਠੀਕ ਹੈ, ਕਿਉਂਕਿ ਪਿਕਚਰਸ ਦੇ ਹਿਸਾਬ ਨਾਲ ਬਣੀ ਹੋਈ ਹੈ, ਡਿਜ਼ਾਈਨ ਦੇ ਹਿਸਾਬ ਨਾਲ ਬਣੀ ਹੋਈ ਹੈ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜੱਜ ਨਹੀਂ ਕਰ ਪਾਏ ਕਿ ਉਹ ਲੋਕ ਕਿਹੜੇ ਧਰਮ ਨੂੰ ਮੰਨਦੇ ਸੀ, ਕੀ ਕਰਦੇ ਸੀ। ਪਰ ਅਸੀਂ ਅੰਦਾਜ਼ਿਆਂ ਨਾਲ ਦੱਸਤਾ, ਮਾਤਰ ਦੇਵੀ ਨੂੰ ਮੰਨਦੇ ਸੀ, ਪਸ਼ੂਪਤੀਨਾਥ ਨੂੰ ਮੰਨਦੇ ਸੀ। ਪਰ ਸਾਡੇ ਕੋਲ ਲਿਖਤੀ ਤੌਰ ਤੇ ਇੱਕ ਜਿਹੜੀ ਸੱਭਿਅਤਾ ਵਿਰਾਜਮਾਨ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਪੂਰਵਜ ਮੰਨਦੇ ਆ, ਉਹ ਕਿਹੜੀ ਸੱਭਿਅਤਾ ਹੈ? ਉਹ ਹੈ ਵੈਦਿਕ ਏਜ, ਜਿਨ੍ਹਾਂ ਦੇ ਵਿੱਚ ਅਸੀਂ ਕਿਹਨਾਂ ਨੂੰ ਜਾਣਦੇ ਹਾਂ, ਕੌਣ ਲੋਕ ਹੈ ਜਿਹੜੇ ਵੈਦਿਕ ਏਜ ਦੇ ਲੋਕ ਹੈ? ਉਹ ਹੈਗੇ ਆ ਆਰੀਅਨਸ, ਠੀਕ ਹੈ। ਅੱਜ ਅਸੀਂ ਆਰੀਅਨਸ ਬਾਰੇ, ਆਰੀਆ ਜਾਤੀ ਬਾਰੇ ਪੜਾਂਗੇ, ਉਹਨਾਂ ਦੀ ਸੱਭਿਅਤਾ ਬਾਰੇ ਪੜਾਂਗੇ। ਲੇਕਿਨ ਉਹਨਾਂ ਦੇ ਮੇਨ ਉਹਨਾਂ ਦੀ ਸਮਾਜਿਕ ਜੀਵਨ ਕੀ ਸੀਗਾ, ਧਾਰਮਿਕ ਕੀ ਸੀਗਾ, ਰਿਲੀਜੀਅਸ ਪੋਲੀਟੀਕਲ ਲਾਈਫ ਪੜਨ ਤੋਂ ਪਹਿਲਾਂ ਸਾਨੂੰ ਇਹ ਸਾਰਾ ਕੁਝ ਪੜਨਾ ਬਹੁਤ ਜ਼ਰੂਰੀ ਹੈ। ਦੇਖੋ ਕੀ ਲਿਖਿਆ ਹੋਇਆ ਹੈ, ਵੈਦਿਕ ਏਜ ਲਿਖਿਆ ਹੈ, ਰਿਗ ਵੈਦਿਕ ਏਜ ਲਿਖਿਆ ਹੈ, ਲਿਟਰ ਵੈਦਿਕ ਏਜ ਲਿਖਿਆ ਹੈ, ਅੱਗੇ ਹੋਰ ਕਈ ਚੀਜ਼ਾਂ ਲਿਖੀਆਂ ਹੋਈਆਂ। ਇਹ ਸਾਰੀਆਂ ਚੀਜ਼ਾਂ ਨੂੰ ਮੈਂ ਤੁਹਾਡੇ ਅੱਗੇ ਡਿਸਕ੍ਰਾਈਬ ਕਰਨ ਜਾ ਰਹੀ ਹਾਂ। ਵੈਦਿਕ ਏਜ, ਵੈਦਿਕ ਯੁੱਗ ਜਿਹੜਾ ਹੈ, ਇਹ ਕਦੋਂ ਦਾ ਟਾਈਮ ਮੰਨਿਆ ਗਿਆ ਹੈ? ਇਹ ਟਾਈਮ ਹੈ 1500 BC ਦਾ। ਯਾਨੀ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਹੈ, ਜਿਹੜੀ ਹੜੱਪਾ ਸੱਭਿਅਤਾ ਹੈ, ਜਦੋਂ ਇਹਦਾ ਖਾਤਮਾ ਹੋਣਾ ਸ਼ੁਰੂ ਹੋਇਆ ਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ, ਉਹ ਹੈ ਵੈਦਿਕ ਏਜ। ਵੈਦਿਕ ਏਜ ਨੂੰ ਅਸੀਂ ਸਿੱਧਾ ਹੀ ਨਹੀਂ ਵੈਦਿਕ ਏਜ ਕਹਿ ਕੇ ਉਹਨਾਂ ਬਾਰੇ ਐਕਸਪਲੇਨੇਸ਼ਨ ਦੇ ਦੇਣੀ ਹੈ। ਅਸੀਂ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪੜ੍ਹਨਾ ਹੈ। ਪਹਿਲਾ ਕਿਹੜਾ ਹੈ? ਰਿਗ ਵੈਦਿਕ ਏਜ, ਦੂਸਰਾ ਹੈ ਲੇਟਰ ਵੈਦਿਕ ਏਜ, ਯਾਨੀ ਰਿਗ ਵੈਦਿਕ ਯੁੱਗ ਤੇ ਉੱਤਰ ਵੈਦਿਕ ਯੁੱਗ। ਰਿਗ ਵੈਦਿਕ ਕਾਲ, ਉੱਤਰ ਵੈਦਿਕ ਕਾਲ, ਦੋ ਅਲੱਗ-ਅਲੱਗ ਪੋਰਸ਼ਨ ਹੈ। ਇੱਕ ਹੀ ਚੀਜ਼ ਹੈ, ਇਹ ਕਿੱਦਾਂ ਪੜ੍ਹਨਾ ਹੈ ਇਹੀ ਸਮਝਣਾ ਇਸ ਵੇਲੇ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਠੀਕ ਹੈ, ਕਿਉਂਕਿ ਮੈਕਸਿਮਮ ਜਿਹੜੇ ਸਟੂਡੈਂਟਸ ਆ ਨਾ, ਉਹ ਕਦੀ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਏ ਕਿ ਰਿਗ ਵੈਦਿਕ ਕਾਲ ਕੀ ਹੈ ਤੇ ਉੱਤਰ ਵੈਦਿਕ ਕਾਲ ਕੀ ਹੈ। ਸੋ ਇਹ ਦੋ ਪੁਆਇੰਟਸ ਨੂੰ ਅਸੀਂ ਮੇਨ ਇੰਪੋਰਟੈਂਟਲੀ ਪੜ੍ਹਦੇ ਹੋਏ ਇਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਲੈਣੀ ਹੈ। ਹੁਣ ਦੇਖੋ, ਪਹਿਲੀ ਏਜ ਕਿਹੜੀ ਆ ਗਈ? ਰਿਗ ਵੈਦਿਕ ਏਜ, ਯਾਨੀ ਜਿੱਥੋਂ ਵੈਦਿਕ ਏਜ ਦੀ ਸ਼ੁਰੂਆਤ ਹੋਈ, ਔਰ ਉਸ ਤੋਂ ਬਾਅਦ ਆ ਗਈ ਲੇਟਰ ਵੈਦਿਕ ਏਜ। ਹੁਣ ਜਿਹੜੇ ਵੇਦ ਹੈ ਉਹ ਚਾਰੋਂ ਵੇਦ ਵੈਦਿਕ ਏਜ 'ਚ ਲਿਖੇ ਗਏ ਆ, ਇਸ ਕਰਕੇ ਇਸ ਨੂੰ ਵੈਦਿਕ ਏਜ ਕਹਿੰਦੇ। ਹੁਣ ਤੁਹਾਨੂੰ ਪਤਾ ਹੈ ਚਾਰ ਵੇਦ ਕਿਹੜੇ ਆ, ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ। ਚਾਰੋਂ ਵੇਦਾਂ ਦਾ ਜਿਹੜਾ ਟਾਈਮ ਹੈ ਟੋਟਲ, ਉਹ ਕਿਹੜਾ ਹੈ? ਵੈਦਿਕ ਏਜ। ਲੇਕਿਨ ਇਹ ਚਾਰੋਂ ਵੇਦਾਂ ਨੂੰ ਇਹਨਾਂ ਦੋ ਅਲੱਗ-ਅਲੱਗ ਟਾਈਮਸ ਦੇ ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ ਕਿ ਕਿਹੜਾ ਵੇਦ ਇਸ ਟਾਈਮ 'ਚ ਲਿਖਿਆ ਗਿਆ, ਕਿਹੜਾ ਵੇਦ ਇਸ ਟਾਈਮ 'ਚ ਲਿਖਿਆ ਗਿਆ। ਤੇ ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਮੀਨਿੰਗਸ ਆਫ ਦਾ ਆਰੀਅਨਸ। ਆਰੀਆ ਦਾ ਮਤਲਬ ਕੀ ਹੈ? ਬੜੇ ਅਲੱਗ-ਅਲੱਗ ਮਤਲਬ ਹੈ। ਕਈ ਇਤਿਹਾਸਕਾਰ ਇਹਨਾਂ ਨੂੰ ਇੰਡੋ ਆਰੀਅਨ ਕਹਿੰਦੇ ਆ, ਕਈ ਕਹਿੰਦੇ ਆ ਕਿ ਜਿਹੜੇ ਆਰੀਅਨਸ ਆ ਨਾ, ਇਹ ਇੱਥੇ ਦੇ ਨਹੀਂ ਹੈਗੇ, ਇਸ ਕਰਕੇ ਇਹਦੇ ਅਲੱਗ-ਅਲੱਗ ਮਤਲਬ ਹੈ। ਸੋ ਅਲੱਗ-ਅਲੱਗ ਮਤਲਬ ਦੇ ਵਿੱਚ ਅਸੀਂ ਤਿੰਨ ਮਤਲਬ ਮੇਨ ਪੜਾਂਗੇ। ਇੱਕ ਆਰੀਆ ਦਾ ਮਤਲਬ ਹੈਗਾ ਹੈ ਕਿਸਾਨ। ਕਈ ਲੋਕ ਇਹ ਕਹਿੰਦੇ ਕਿ ਆਰੀਆ ਮਤਲਬ ਕਿਸਾਨ, ਖੇਤੀਬਾੜੀ ਕਰਦੇ ਸੀ, ਪਰ ਅਸੀਂ ਇਹਨੂੰ ਇੰਨਾ ਮਹੱਤਵ ਨਹੀਂ ਦਿੰਦੇ। ਦੂਸਰਾ ਮਤਲਬ ਦੱਸਦੇ ਆ ਕਿ ਆਰੀਆ ਦਾ ਮਤਲਬ ਹੈ ਘੁੰਮਣ ਫਿਰਨ ਵਾਲੇ ਲੋਕ, ਪਰ ਅਸੀਂ ਇਸ ਪੁਆਇੰਟ ਨੂੰ ਵੀ ਇੰਨਾ ਨਹੀਂ ਮੰਨਦੇ। ਲੇਕਿਨ ਬਹੁਤ ਸਾਰੀ ਜਗ੍ਹਾ ਤੇ ਆਰੀਆ ਸ਼ਬਦ ਯੂਜ਼ ਕੀਤਾ ਗਿਆ ਹੈ, ਵਿਦੇਸ਼ਾਂ ਦੇ ਵਿੱਚ ਵੀ। ਸੋ ਇਸ ਕਰਕੇ ਜਦੋਂ ਅਸੀਂ ਸਾਰੇ ਪਾਸੋਂ ਦੇਖਦੇ ਕਿ ਆਰੀਆ ਸ਼ਬਦ ਕਿੱਥੇ ਯੂਜ਼ ਹੋਇਆ ਹੈ, ਫਿਰ ਉਹਦਾ ਅਰਥ ਨਿਕਲਦਾ ਆਰੀਆ ਦਾ ਮਤਲਬ ਹੈ ਸ਼੍ਰੇਸ਼ਠ, ਸਭ ਤੋਂ ਉੱਚ। ਇਸ ਕਰਕੇ ਹਿੰਦੂ ਧਰਮ ਦੇ ਲੋਕ ਆਪਣੇ ਆਪ ਨੂੰ ਆਰੀਆ ਜਾਤੀ ਕਹਿੰਦੇ ਆ, ਕਿਉਂਕਿ ਸਮਝਦੇ ਅਸੀਂ ਸਭ ਤੋਂ ਸ਼੍ਰੇਸ਼ਠ ਹੈ। ਤੇ ਕੁਝ ਹੋਰ ਦੇਸ਼ ਵੀ ਹੈ ਜਿਹੜੇ ਆਪਣੇ ਆਪ ਨੂੰ ਆਰੀਆ ਕਹਿੰਦੇ ਆ। ਕੌਣ ਹੈ? ਹੂ ਵਰ ਦਾ ਆਰੀਅਨਸ? ਕੌਣ ਹੈ ਆਰੀਅਨਸ? ਇੰਡੀਅਨਸ ਹੈ ਕਿ ਫੋਰਨਰਸ ਹੈ? ਅਸੀਂ ਕਈ ਜਗ੍ਹਾ ਤੇ ਹੁਣ ਅੱਗੇ ਜਾ ਕੇ ਜਿੱਦਾਂ ਪੜ੍ਹੀ ਜਾਣਾ ਨਾ, ਜਦੋਂ ਅਸੀਂ ਪੂਰਾ ਇਤਿਹਾਸ ਫਰੋਲ ਦੇਣਾ ਹੈ, ਉਹਦੇ ਵਿੱਚੋਂ ਲੱਭ ਲੈਣਾ ਹੈ ਕੌਣ ਹੈ, ਫਿਰ ਸਾਨੂੰ ਐਕਚੁਅਲ ਪਤਾ ਲੱਗਣਾ ਹੈ। ਪਰ ਫਿਰ ਵੀ ਅਸੀਂ ਸ਼ਿਓਰ ਨਹੀਂ ਹੋ ਸਕਦੇ। ਹਮੇਸ਼ਾ ਯਾਦ ਰੱਖਿਓ, ਜਿਸ ਚੀਜ਼ ਨੂੰ ਗਰੰਟੀ ਨਾਲ ਲਿਖਿਆ ਨਹੀਂ ਗਿਆ ਇਤਿਹਾਸ ਵਿੱਚ, ਉਸ ਚੀਜ਼ ਦੀ ਕੋਈ ਸ਼ਿਓਰਟੀ ਨਹੀਂ ਹੈ। ਲੇਕਿਨ ਫਿਰ ਵੀ ਅਸੀਂ ਉਹਨੂੰ ਐਸਟੀਮੇਟਲੀ ਦੱਸ ਸਕਦੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਪ੍ਰੂਫ ਹੈ। ਭਾਰਤੀ ਹੈਗੇ ਕਿ ਨਹੀਂ ਹੈਗੇ, ਇਸ ਚੀਜ਼ ਨੂੰ ਅਸੀਂ ਕਿੱਥੇ ਪੜਾਂਗੇ? ਉਹਨਾਂ ਦਾ ਓਰੀਜਨਲ ਹੋਮ ਕੀ ਸੀ, ਕਿੱਥੇ ਦੇ ਰਹਿਣ ਵਾਲੇ ਸੀ। ਸੋ ਆਰੀਅਨਸ ਭਾਰਤੀ ਸੀ ਕੁਐਸਚਨ ਮਾਰਕ, ਜਾਂ ਫੋਰਨਰ ਸੀ, ਵਿਦੇਸ਼ੀ ਸੀਗੇ। ਕਿਹੜੇ ਵਿਦੇਸ਼ੀ ਹੋ ਸਕਦੇ ਆ? ਇਹ ਯੂਰਪ ਤੋਂ ਆਏ ਸੀਗੇ, ਈਰਾਨ, ਇਰਾਕ ਜਾਂ ਜਰਮਨੀ ਵਾਲੇ, ਕਿਉਂਕਿ ਇਹ ਲੋਕ ਵੀ ਆਪਣੇ ਆਪ ਨੂੰ ਆਰੀਅਨਸ ਕਹਿੰਦੇ ਆ। ਇਹਦੀ ਇੱਕ ਐਗਜ਼ਾਮਪਲ ਕੀ ਹੈ?
ਜਰਮਨੀ ਦੇ ਵਿੱਚ ਜਦੋਂ ਐਡੋਲਫ ਹਿਟਲਰ ਨੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਉਹਨੇ ਆਪਣੀ ਇੱਕ ਪਾਰਟੀ ਬਣਾਈ, ਨਾਜ਼ੀ ਪਾਰਟੀ, ਨਾਜ਼ੀਜ਼ਮ, ਜਿਹਦੇ ਵਿੱਚ ਉਹਨੇ ਕਿਹਾ ਕਿ ਸਭ ਤੋਂ ਉੱਚ ਲੋਕ ਕੌਣ ਹੈ? ਜਰਮਨੀ ਦੇ ਨਾਜ਼ੀ ਪਾਰਟੀ ਦੇ ਸ਼੍ਰੇਸ਼ਠ ਲੋਕ ਹੈ। ਸੋ ਉਹਨੇ ਆਪਣੇ ਆਪ ਨੂੰ ਆਰੀਅਨਸ ਕਿਹਾ। ਆਰੀਆ ਦਾ ਮਤਲਬ ਰੱਖਿਆ ਜਰਮਨੀ ਦੇ ਸਭ ਤੋਂ ਉੱਚ ਲੋਕ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ, ਜਿਹੜਾ ਹਿਟਲਰ ਸੀਗਾ ਇਹਨੇ ਆਪਣੀ ਜਾਤੀ ਜਿਹੜੀ ਪਾਰਟੀ ਬਣਾਈ ਸੀ ਉਹਦੇ ਵਿੱਚ ਸਵਾਸਤਿਕ ਦਾ ਨਿਸ਼ਾਨ ਵੀ ਜਿਹੜਾ ਉਹ ਯੂਜ਼ ਕੀਤਾ ਸੀ। ਤਾਂ ਹੋ ਸਕਦਾ ਹੈ ਇਹਨਾਂ ਵਿੱਚੋਂ ਕਿਤੋਂ ਭਾਰਤ ਦੇ ਵਿੱਚ ਆਰੀਅਨਸ ਆ ਗਏ ਜਾਂ ਭਾਰਤ ਵਿੱਚੋਂ ਕੋਈ ਆਰਿਆ ਜਾਤੀ ਦੇ ਲੋਕ ਇੱਥੇ ਪਹੁੰਚ ਗਏ ਤੇ ਮਿਲੇ ਜੁਲੇ ਲੋਕ ਵੀ ਹੋ ਸਕਦੇ ਆ। ਲੇਕਿਨ ਇੱਥੋਂ ਇਹ ਪਤਾ ਲੱਗਦਾ ਕਿ ਆਰਿਆ ਜਾਤੀ ਸਿਰਫ ਭਾਰਤ 'ਚ ਨਹੀਂ ਹੈ, ਵਿਦੇਸ਼ਾਂ ਦੇ ਵਿੱਚ ਵੀ ਇਹ ਜਾਤੀ ਜਿਹੜੀ ਹੈ ਮੰਨੀ ਜਾਂਦੀ ਹੈ, ਜਿਹੜੇ ਲੋਕ ਆਪਣੇ ਆਪ ਨੂੰ ਸ਼੍ਰੇਸ਼ਠ ਕਹਿੰਦੇ ਆ। ਇਸ ਕਰਕੇ ਸਾਡੇ ਲਈ ਕਲੀਅਰ ਹੋ ਜਾਂਦਾ ਆਰਿਆ ਕੌਣ ਸੀਗੇ, ਸ਼੍ਰੇਸ਼ਠ ਲੋਕ, ਕਿੱਥੇ ਦੇ ਰਹਿਣ ਵਾਲੇ ਸੀਗੇ, ਹੋ ਸਕਦਾ ਵਿਦੇਸ਼ਾਂ ਦੇ ਹੋਣ, ਹੋ ਸਕਦਾ ਭਾਰਤੀ ਹੋਣ। ਇਸ ਕਰਕੇ ਅਗਲਾ ਪੁਆਇੰਟ ਹੈ ਸਾਡੇ ਕੋਲ ओरिजिनल होम ऑफ द आर्यंस। एक्चुअल च आर्यंस कितने दे सीगे। सो एक बड़ा बड़ा टॉपिक है। अगले लैक्चर दे विच मैं तुहानू ओरिजिनल होम ऑफ द आर्यंस नू बहुत डिटेल च दसूंगी। इन शॉर्ट दस रही हां कि अलग अलग इतिहासकारां ने, हिस्टोरियंस ने विचार दिते हैं कि कोई कहता आर्यन जिहड़े भारतीय सीगे, कोई कहता है विदेशी सीगे, कोई उत्तरी ध्रुव का सिद्धांत दे रहा, कोई कहता तिब्बत के सीगे, कोई मध्य एशिया के कह रहे हैं, सेंट्रल एशिया तो शायद शिफ्ट होके आ गए। सो मतलब भारत के आले दुआले जिन्ने भी इलाके लगते हैं उत्थों दी इन्हां नूं जोड़िया गया है कि शायद ये लोग आर्यन जिहड़े है विदेशों तो आए थे। सो एस्टीमेट ला के मैं तुहानूं समझाऊंगी अगले लैक्चर च कित्थे दे सीगे। और अगे है जी इन्हां दा लिटरेचर की सी। ज़्यादातर मन्निया जाता है कि ऋग्वैदिक एज ही इस करके कहा जाता है क्योंकि इन्हां दे समय दे विच किहड़ा वेद लिखा गया? ऋग्वेद। ठीक है। सो इन्हां दा मेन लिटरेचर की है? ऋग्वेद। ठीक है। सो हम तुहानूं ऋग्वैदिक एज का आई थिंक क्लीयर हो गया होगा कि वो कौन सीगे, वो सानूं पता लग गया उन्हां दा मतलब की है। पहला पॉइंट है कि मीनिंग की है, यानी वो श्रेष्ठ है। वो कौन सीगे? वो दोनों विचों कोई भी हो सकता। उन्हां दा होम किहड़ा है वो मैं तुहानूं नैक्सट टॉपिक च बिल्कुल क्लीयर कर दूंगी। लिटरेचर ऑफ द आर्यंस की है, ज़्यादातर असीं की मनते हैं ऋग्वैदिक एज दे विच उन्हां दा मेन लिटरेचर की है ऋग्वेद। ठीक है। हुण अगले पॉइंट ते आउंदे हां लेटर वैदिक एज। ये भी बड़ा इंपॉर्टेंट है पढ़ना कि आखिर वैदिक एज को दो हिस्सों क्यों वंड दिता। इस करके वंड दिता कि एकदम बहुत सारिया चेंजिज आ गई। एकदम समा कुछ होर सीगा, एकदम इदां नहीं होया कि अज कुछ होर सी कल कुछ होर हो गया। समय के अनुसार कुछ समय बाद ये लोग बड़े डिफरेंट वे नाल रहिंदे सीगे, इन्हां दे वेज बदल गए। इन्हां च जातियां नहीं सी, इन्हां च जातियां आ गईयां। सो इस करके इन्हां नूं की नाम दे दिता? उत्तर वैदिक काल, उत्तर वैदिक युग या लेटर वैदिक एज। बाद का समा वैदिक एज तो बाद। केड़ी वैदिक एज तो? ऋग वैदिक एज तो। ठीक है। सो ये दो मेन चीज़ां पढ़ांगे। इन्हां दा लिटरेचर किहड़ा है? सो ये असीं होर की पढ़ांगे? चेंजिज इन आर्यंस, की बदलाव आए आर्यंस दे विच, जिहड़े बदलाव आ रहे सी। और अगली महत्वपूर्ण चीज़ असीं की पढ़नी है? सोशल लाइफ, इकनॉमिक लाइफ, पॉलिटिकल लाइफ, रिलीजियस लाइफ। पता लग गया ना? समाजिक, आर्थिक, राजनीतिक ते धार्मिक जीवन। एक इन्हां दा पढ़ना है, एक ऋग्वैदिक एज का भी पढ़ना है ते लेटर वैदिक एज का भी पढ़ना है। लेकिन किद्दां पढ़ना है? कंपैरिजन च पढ़ांगे कि इन्हां दे समय समाज किद्दां दा सी ते इन्हां दे समय समाज किद्दां दा सी। फिर ही सानूं क्लीयर हो पाना है कि आखिर ये दो एजिस क्यों बनाईयां होईयां है। वैदिक युग दे विच कुछ वड्डा ही बदलाव होया होगा जिस करके वैदिक एज नूं ऋग्वैदिक एज ते लेटर वैदिक एज ते बदल दिता गया। अदरवाइज असी इंदस वैली सिविलाइजेशन या हड़प्पा सभ्यता पढ़ी, असी उहदे च नहीं पढ़िया हड़प्पा सभ्यता ते लेटर हड़प्पा सभ्यता, या असी ऐदा दा कुछ होर, जां असी अगे जिद्दां पढ़ांगे ना मॉरियंस, उन्हां विच आउणगे लेटर क्योंकि उस तो बाद अगले अगले लोग आते रहे। इत्थे पढ़ना क्यों जरूरी है? असी ये देखना है कि इदां दीयां किहड़ियां चेंजिस आ गईयां वैदिक एज दे विच कुछ 500-700 सालां दे विच कि ऋग्वेद वाले काल तो बाद एक नवां काल शुरू हुंदा है जिहदे विच समाज भी बदल गया ते उन्हां दा राजनीतिक संस्थावां भी बदल गईयां, उन्हां दी जिंदगी दे महत्व जिहड़े सीगे वो भी बदल गए, उन्हां दे जिहड़े जिंदगी दे विच सारियां चीज़ां, उन्हां दी आर्थिकता किद्दां बदल गई, उन्हां दे काम धंधे किद्दां बदल गए, सारा कुछ असीं इहदे च पढ़ांगे। ठीक है। इहनूं ध्यान नाल देख लो। इस तो बाद असीं अगला टॉपिक जिहड़ा नैक्सट करांगे अगले लैक्चर दे विच मैं तुहानूं दस्सूंगी, वो है ओरिजिनल होम ऑफ द आर्यंस। थैंक यू। बी सेफ।